हाँ जी, ਤਾਂ ਅਸੀਂ ਲਾਸਟ ਟਾਈਮ ਕੀ ਪੜਿਆ ਸੀਗਾ ਕਿ ਸਾਡੇ ਕੋਲ ਇੱਕ ਸਰਕੂਲਰ ਕਰੰਟ ਕੈਰਿੰਗ ਕੰਡਕਟਰ ਹੈ ਜਿਹਦਾ ਰੇਡੀਅਸ r ਸੀਗਾ ਤੇ ਸੈਂਟਰ ਤੇ ਅਸੀਂ ਮੈਗਨੈਟਿਕ ਫੀਲਡ ਫਾਈਂਡ ਕੀਤਾ ਸੀਗਾ ਤੇ ਇਹਦੇ ਚੋਂ ਕਰੰਟ ਫਲੋ ਕਰ ਰਿਹਾ ਸੀ I ਤੇ ਮੈਗਨੈਟਿਕ ਫੀਲਡ ਦੀ ਜਿਹੜੀ ਵੈਲਿਊ ਆਈ ਸੀ ਕੋਈ ਦੱਸ ਸਕਦਾ ਕਿੰਨੀ ਵੈਲਿਊ ਸੀ ਐਟ ਸੈਂਟਰ B ਉਹਦਾ ਮਤਲਬ ਮੈਗਨੈਟਿਕ ਫੀਲਡ ਐਟ ਪੁਆਇੰਟ O ਇਹ ਵੈਲਿਊ ਸੀ ਸਾਡੇ ਕੋਲੇ μ0/4 ਪਾਈ I/r into 2 ਪਾਈ ਇਹ ਅਸੀਂ ਡਿਰਾਈਵ ਕਰ ਲਿਆ ਸੀ ਰਿਲੇਸ਼ਨ ਫਿਰ ਤੋਂ ਅਸੀਂ ਇੱਕ ਜਰਨਲ ਫਾਰਮੂਲਾ ਵੀ ਬਣਾ ਲਿਆ ਸੀਗਾ ਕਿ ਕਿਸੇ ਵੀ ਸਰਕੂਲਰ ਆਰਕ ਦੇ ਲਈ ਸਪੋਜ਼ ਇੱਥੇ ਐਂਗਲ ਥੀਟਾ ਬਣਦਾ ਉਹਦਾ ਰੇਡੀਅਸ r ਹੈ ਤਾਂ ਜਿਹੜਾ ਦਾ ਮੈਗਨੈਟਿਕ ਫੀਲਡ ਹੋਊਗਾ ਜਿਹੜਾ ਵੀ ਉਹਦੇ ਚੋਂ ਕਰੰਟ I ਫਲੋ ਕਰ ਰਿਹਾ ਹੈ that is equal to μ0/4 pi I/r ਇੱਥੇ ਹੈਗਾ ਥੀਟਾ ਆ ਜਰਨਲ ਫਾਰਮੂਲਾ ਹੈ ਅਸੀਂ ਕੱਲ ਇਹ ਬਣਾ ਲਿਆ ਸੀ ਠੀਕ ਹੈ ਜੀ ਅੱਜ ਜਿਹੜੀ ਅਸੀਂ ਡੈਰੀਵੇਸ਼ਨ ਕਰਨ ਜਾ ਰਹੇ ਹਾਂ ਉਹ ਹੁਣ ਅਸੀਂ ਇਸੇ ਹੀ ਸਰਕੂਲਰ ਕੰਡਕਟਰ ਕਰਕੇ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਬਟ ਇਹਦੀ ਐਕਸਿਸ ਤੇ ਠੀਕ ਹੈ ਜੀ ਤਾਂ ਆਪਾਂ ਉਹਨੂੰ ਸਟਾਰਟ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਮਤਲਬ ਮੈਂ ਇੱਥੇ ਹੈਡਿੰਗ ਲਿਖ ਦੇਣਾਗਾ on its axis ਲਾਸਟ ਟਾਈਮ ਆਪਣੇ ਕੋਲੇ ਕੰਪਲੀਟ ਕੁਐਸਚਨ ਲਿਖਿਆ ਹੋਇਆ ਸੀਗਾ ਮੈਂ ਉਸੇ ਦੇ ਸੈਕੰਡ ਪੁਆਇੰਟ ਡਿਸਕਸ ਕਰਦੇ ਹਾਂ on its axis ਕਿਹਦੀ ਐਕਸਿਸ ਸਰਕੂਲਰ ਕਰੰਟ ਕੈਰਿੰਗ ਕੰਡਕਟਰ ਦੀ ਐਕਸਿਸ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਇੱਕ ਸਰਕੂਲਰ ਕਰੰਟ ਕੈਰਿੰਗ ਕੰਡਕਟਰ ਕੰਸੀਡਰ ਕਰ ਲੈਣੇ ਲਾਈਕ ਦਿਸ ਠੀਕ ਹੈ ਜੀ ਜਿਹਦਾ ਜਿਹੜਾ ਰੇਡੀਅਸ ਹੈ ਦੇਖੋ ਧਿਆਨ ਰਹੇ ਇੱਥੇ ਜਿਹੜਾ ਰੇਡੀਅਸ ਹੈ ਨਾ ਮੈਂ ਉਹਨੂੰ A ਲਿਖ ਰਿਹਾ A is the radius of circular conductor ਤੇ ਇਹਦੇ ਵਿੱਚੋਂ ਇਸ ਤਰੀਕੇ ਦੇ ਨਾਲ ਕਰੰਟ ਹੈ ਜਿਹੜਾ ਫਲੋ ਕਰ ਰਿਹਾ ਦੇਖੋ ਡਾਇਗਰਾਮ ਬਹੁਤ ਇੰਪੋਰਟੈਂਟ ਹੈ ਮੈਂ ਇੱਕ ਥੋੜੀ ਕੋਸ਼ਿਸ਼ ਕੀਤੀ ਹੈ ਇੱਕ ਸਿੰਪਲ ਜਿਹਾ ਮਤਲਬ ਯਾਨੀ ਕਿ ਇੱਕ ਐ ਲਾ ਲਓ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਇਨੋਵੇਸ਼ਨ ਸਿੰਪਲ ਜੀ ਇਨੋਵੇਸ਼ਨ ਵੀ ਕੀਤੀ ਹੈ ਡਾਇਗਰਾਮ ਦੀ ਠੀਕ ਹੈ ਤੁਹਾਨੂੰ ਸਮਝਾਉਣ ਦੇ ਲਈ ਦੇਖੋ ਇਸ ਸੈਂਟਰ O ਤੋਂ ਇਸ ਦੀ ਐਕਸਿਸ ਦੇ ਅਲੋਂਗ ਇੱਕ ਪੁਆਇੰਟ P ਹੈ ਇਸ P ਪੁਆਇੰਟ ਤੇ ਅਸੀਂ ਮੈਗਨੈਟਿਕ ਫੀਲਡ ਫਾਈਂਡ ਕਰਨਾ that means we have to find magnetic field at this point due to a current carrying circular conductor जब इस circular current carrying conductor ਦੇ ਕਰਕੇ ਅਸੀਂ ਇਸ point P ਤੇ magnetic field find करना है by using Biot-Savart's law according to Biot-Savart's law ਤਾਂ ਕੀ ਕਹਿੰਦਾ dB is equal to μ0/4 pi I/r cube that is dl vector cross r vector ठीक है जी बच्चे क्लियर है आवाज सुन रही है यस ठीक है जी ਕੱਲ ਤੋਂ ਨਾ ਮਤਲਬ ਜਾਨੀ ਕਿ ਤੁਸੀਂ ਆਪਣੀ ਜਿਹੜੀ ਵੀਡੀਓ ਹੈ ਜੀ ਉਹ ਵੀ ਬਿਲਕੁਲ ਔਨ ਰੱਖਿਆ ਕਰੋ ਤਾਂ ਕਿ ਕਲਾਸ ਨੂੰ ਹੋਰ ਵਧੀਆ ਤਰੀਕੇ ਨਾਲ ਆਪਾਂ ਕੀ ਹੈ ਕੰਡਕਟ ਕਰ ਸਕੀਏ ਤਾਂ ਕੱਲ ਤੋਂ ਆਪਣਾ ਤਿਆਰ ਰਹੋ ਪਹਿਲਾਂ ਹੀ ਠੀਕ ਹੈ ਵੀਡੀਓ ਤੁਹਾਡੀ ਸਾਰਿਆਂ ਦੀ ਔਨ ਕਰਵਾਉਂਗਾ ਮੈਂ ਹੁਣ ਬਾਇਓ-ਸੈਵਰਟਸ ਕੀ ਕਹਿੰਦਾ ਸੀਗਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਪੁਆਇੰਟ ਤੇ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਤਾਂ ਤੁਸੀਂ ਕੀ ਹੈ ਉਸ ਕੰਡਕਟਰ ਦੇ ਵਿੱਚ ਇੱਕ ਸਮਾਲ ਪਾਰਟ ਕੱਟ ਲਓ ਸਮਾਲ ਐਲੀਮੈਂਟ ਕੰਸੀਡਰ ਕਰ ਲਓ ਸਮਾਲ ਐਲੀਮੈਂਟ ਕਿਹੜਾ ਉਹ dl
ठीक है। हुण देखो ਜਦੋਂ ਇੱਕ ਸਰਕੂਲਰ ਕੰਡਕਟਰ ਦੇ ਵਿੱਚੋਂ ਕਰੰਟ ਆਈ ਇਸ ਤਰੀਕੇ ਨਾਲ ਫਲੋ ਕਰ ਰਿਹਾ, ਅਗਰ ਮੈਂ ਇਸ ਪੁਆਇੰਟ ਤੇ ਕਰੰਟ ਦੀ ਡਾਇਰੈਕਸ਼ਨ ਦੇਖਾਂ ਤਾਂ ਦੇਖੋ ਉਹ ਅਲੋਂਗ ਦਾ ਟੈਂਜੈਂਟ ਏਦਾਂ ਹੋਏਗੀ। डायग्राम थोड़ी जी मतलब कि 3 डायमेंशनल है, थोड़ा ध्यान रखियो। एक ये टेंजेंट मतलब ये हो गया डीएल वेक्टर ते अलोंग द टेंजेंट की जा रहा है करंट। एक बार पहला इत्थे समझाऊंगा, फिर एक तरीका मेरे को होर भी हैगा समझाउण दा। ते डीएल वेक्टर ਜਿਹੜਾ ਅਸੀਂ ਐਲੀਮੈਂਟ ਕੰਸੀਡਰ ਕਰਦੇ ਆ ਉਸ ਤੋਂ ਲੈ ਕੇ ਜਿਹੜੇ ਪੁਆਇੰਟ ਤੱਕ ਅਸੀਂ ਕੀ ਹੈ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੁੰਦਾ ਹੈ, ਇਹ ਡਿਸਟੈਂਸ ਨੂੰ ਅਸੀਂ ਕੀ ਲਿਖਦੇ ਆ, ਇਹ ਡਿਸਟੈਂਸ ਨੂੰ ਲਿਖਦੇ ਆ ਅਸੀਂ r। ਇਸੇ ਕਰਕੇ ਮੈਂ ਰੇਡੀਅਸ a ਕੰਸੀਡਰ ਕੀਤਾ ਕਿਉਂਕਿ ਆਪਾਂ ਹਮੇਸ਼ਾ ਹੀ ਹਰ ਇੱਕ ਡੈਰੀਵੇਸ਼ਨ ਦੇ ਵਿੱਚ ਸਮਾਲ ਐਲੀਮੈਂਟ ਤੇ ਇਸ ਪੁਆਇੰਟ p ਤੱਕ ਦੇ ਡਿਸਟੈਂਸ ਨੂੰ ਕੀ ਲਿਖਦੇ ਆ ਅਸੀਂ r ਲਿਖਦੇ ਆ। ਤੇ ਜਿਹੜਾ o ਤੋਂ ਲੈ ਕੇ p ਤੱਕ ਪੁਆਇੰਟ ਦਾ ਜਿਹੜਾ ਡਿਸਟੈਂਸ ਹੈ ਦੈਟ ਇਜ਼ x, ਤੇ ਇਹ ਵਾਲਾ ਐਂਗਲ ਹੋ ਗਿਆ ਥੀਟਾ। ਹੁਣ ਦੇਖੋ ਇੱਕ क्रॉस प्रोडक्ट की प्रॉपर्टी असी पढ़ी हुई है कि a वेक्टर क्रॉस b वेक्टर विच इज इक्वल टू c वेक्टर। ते असी ये गल कहने हैं भी जिहड़ा c वेक्टर है वो इन्हां दोनों वैक्टर्स दे की हुंदा परपेंडिकुलर हुंदा है। पर जे ये दो वैक्टर भी आपस परपेंडिकुलर होण तां इहदा मतलब ये तीनों वैक्टर आपस दे विच की ने म्यूचुअली परपेंडिकुलर टू ईच अदर। ये तो बड़ी बेसिक जी की है, मतलब बेसिक जिहा कंसैप्ट है, सारिਆਂ ਨੂੰ पता है ਇਹਦੇ ਬਾਰੇ। ठीक है, ਹੁਣ ਇਹ ਕੰਸੈਪਟ ਅਸੀਂ ਇੱਥੇ ਅਪਲਾਈ ਕਰਨਾ, ਥੋੜਾ ਧਿਆਨ ਰੱਖਣਾ। ਦੇਖੋ ਇੱਥੇ ਇੱਕ ਵੈਕਟਰ ਆ ਵੈਕਟਰ ਹੈਗਾ a ਵੈਕਟਰ, a ਵੈਕਟਰ ਹੈਗਾ b ਵੈਕਟਰ, ਤੇ ਇਹਦਾ ਮਤਲਬ ਇਹ ਸਾਡੇ ਕੋਲੇ ਇੱਕ ਮੰਨਿਆ ਨਵਾਂ ਵੈਕਟਰ c ਵੈਕਟਰ। ਜੇ ਅਸੀਂ ਇਹ ਦਿਖਾ ਦਈਏ ਵੀ a ਵੈਕਟਰ ਤੇ b ਵੈਕਟਰ आपस की ने परपेंडिकुलर ने, तो डेफिनेटली सी वेक्टर भी इन्हां दोनों दे परपेंडिकुलर होएगा। ठीक है जी। हुण मैं तुहानू डायग्राम दे विच इधर डायग्राम देखो, देखो करंट जा रहा है इन दिस डायरेक्शन, मैं तुहानू दस्सिया टेंजेंट है। तो एक्चुअल च बच्चे जिहड़ा करंट दा इस आर दे नाल जिहड़ा एंगल बनेगा ना, आ वाला एंगल ये 90 डिग्री हुंदा है। हुण देखो डायग्राम देख के ये अंडरस्टूड नहीं हुंदा क्योंकि ये डायग्राम थोड़ी 3D च है ना। तो इसे करके एक मैं थोड़ा जा की तुहानू डायग्राम नू समझाउण वास्ते एक छोटी जी इनोवेशन बनाई है। आ देखो ये मेरे को एक सर्कल है ना, मतलब कड़ा है ना मेरे को एक रिंग, तो इस सर्कुलर कंडक्टर दे विचों सपोज करंट फ्लो कर रहा है, तो तुसी इस तरीके दे नाल देख रहे हो। ठीक है, तो करंट की है सपोज करो भी इदा करंट फ्लो कर रहा लाइक दिस, तुहाडे अकॉर्डिंग बना रहा है। तो देखो तुहानू दिख रहा है ना भी एंटी क्लॉकवाइज करंट फ्लो कर रहे हैं। ਅਸੀਂ ਇਹਦੇ ਸੈਂਟਰ ਤੇ ਦਾ ਮੈਗਨੈਟਿਕ ਫੀਲਡ ਫਾਈਂਡ ਕਰ ਚੁੱਕੇ ਹਾਂ, ਬਟ ਹੁਣ ਅਸੀਂ ਇਹਦੀ ਐਕਸਿਸ ਤੇ ਫਾਈਂਡ ਕਰਨਾ। ਮਤਲਬ ਇਹ ਹੁਣ ਜਿਹੜਾ ਸਰਕਲ ਹੈ ਮੈਂ ਐਜ਼ ਇਟ ਇਜ਼ ਨਾ ਰੱਖ ਕੇ ਇਹਨੂੰ ਮੈਂ ਕੁਝ ਇਸ ਡਾਇਰੈਕਸ਼ਨ 'ਚ ਇਦਾਂ ਰੱਖਿਆ ਹੋਇਆ। ਆ ਦੇਖੋ ਰਿੰਗ ਅਸੀਂ ਥੋੜੀ ਜੀ ਤਾਂ ਹੀ ਮੈਂ ਕੰਪਲੀਟ ਸਰਕਲ ਨੂੰ ਦਿਖਾਈ, ਇਦਾਂ ਦਿਖਾਇਆ ਹੋਇਆ ਲਾਈਕ ਦਿਸ। ਠੀਕ ਹੈ ਜੀ, ਓਕੇ। ਹੁਣ ਦੇਖੋ ਥੋੜਾ ਧਿਆਨ ਨਾਲ ਦੇਖਿਓ ਕਰੰਟ ਕਿਵੇਂ ਚੱਲ ਰਿਹਾ ਇਨ ਦਿਸ ਡਾਇਰੈਕਸ਼ਨ ਲਾਈਕ ਦਿਸ। अगर इस ऊपर वाले पॉइंट ते तुसी की है मतलब एक स्मॉल एलिमेंट कंसीडर किया है, तो देखो करंट चल रहा सी एवें, मतलब इस पॉइंट तो आ देखो आ सुनो की एक मतलब की है इस दे अलोंग की एक करंट जा रहा होगा, अलोंग द टेंजेंट करंट एवें जाएगा। आ देखो मैं एक स्टिक लाई हुई है जिहड़ी सुनो की है करंट दी डायरेक्शन रिप्रेजेंट कर रही है अलोंग द टेंजेंट। ठीक है जी, मतलब इस तरीके दे ठीक है जी। नाउ इस वाले सेंटर तो ए वाली होगी ਇਹਦੀ एक्सिस। ठीक है, ते ए वाला साडे कोल डिस्टेंस की हो गया r। देखो आ हो गया r, ए हो गया करंट जिधर की है dl वेक्टर है। तो जे तुसी दोनों दे विचकार बच्चे एंगल देखो, देखो दिस वन एंड दिस वन, वो एंगल कितना है दैट इज 90 डिग्री। विजिबल है? यस सर। यस सर। तो मतलब जिन्ना को मतलब कुछ बनता सी मैं उन्ना को बनाया, तो डायग्राम कोई एनिमेशन वाली भी शेयर कर दूंगा। ये बड़ी इंपॉर्टेंट है डायग्राम समझनी। मतलब ए आर डिस्टेंस
ਤੇ ਇਹ along the tangent current ਦੋਨਾਂ 'ਚ ਐਂਗਲ ਕਿੰਨਾ 90 ਉਹੀ ਦੇਖੋ ਮੈਂ ਇੱਥੇ ਰਿਪਰੈਜ਼ੈਂਟ ਕੀਤਾ this one ਇਹਦਾ ਮਤਲਬ ਜਿਹੜਾ ਇਹ ਕਰੰਟ ਆਈ ਹੈ ਨਾ ਐਕਚੁਅਲ 'ਚ ਇਹ ਕਰੰਟ ਐਵੇਂ ਬਾਹਰ ਨੂੰ ਆਊਗਾ ਹੁਣ ਬਾਹਰ ਨੂੰ ਤਾਂ ਦਿਖਾ ਨਹੀਂ ਸਕਦੇ ਹੈਗੇ that means ਆਹ ਵਾਲਾ ਐਂਗਲ 90 ਹੈ ਇਹਦਾ ਮਤਲਬ ਮੈਂ ਕਹਿ ਦਣਾ ਵੀ ਜਿਹੜਾ a ਵੈਕਟਰ ਹੈ ਉਹ ਪਰਪੈਂਡੀਕੂਲਰ ਹੈ b ਵੈਕਟਰ ਦੇ ਤਾਂ ਬੱਚੇ ਜਿਹੜਾ c ਵੈਕਟਰ ਹੋਊਗਾ ਅਕੋਰਡਿੰਗ ਟੂ ਦਿਸ ਪ੍ਰੋਪਰਟੀ c ਵੈਕਟਰ ਵੀ ਦੋਨਾਂ ਦੇ ਪਰਪੈਂਡੀਕੂਲਰ ਹੋਊਗਾ ਤਾਂ c ਵੈਕਟਰ ਹੈਗਾ ਕੌਣ ਹੈ ਸਮਾਲ ਅਮਾਉਂਟ ਆਫ ਮੈਗਨੈਟਿਕ ਫੀਲਡ ਤਾਂ ਆਪਾਂ ਥੋੜਾ ਜਿਹਾ ਹੁਣ ਇਹਨੂੰ ਕੀ ਹੈ ਦੇਖਦੇ ਆਂਗੇ ਇਹਨੂੰ ਮੈਂ ਥੋੜਾ ਜਿਹਾ ਰਿਮੂਵ ਕਰ ਦਣਾ ਇਹਨੂੰ ਆ ਦੇਖੋ ਇਸ ਪੁਆਇੰਟ P ਤੇ ਅਸੀਂ ਹੁਣ ਮੈਗਨੈਟਿਕ ਫੀਲਡ ਦੇਖਣਾ ਤਾਂ ਦੇਖੋ ਇਹਦੇ ਲਈ ਅਸੀਂ ਕੀ ਯੂਜ਼ ਕਰਾਂਗੇ ਰਾਈਟ ਹੈਂਡ ਥੰਬ ਰੂਲ ਦੇਖੋ ਇਹ ਹੈਗੀ ਹੈ ਕਰੰਟ ਦੀ ਡਾਇਰੈਕਸ਼ਨ ਮਤਲਬ ਮੈਂ ਇਸ ਤਰੀਕੇ ਦੇ ਨਾਲ ਰਾਈਟ ਹੈਂਡ ਆਪਣਾ ਰੱਖੂੰਗਾ ਕਰੰਟ ਦੀ ਡਾਇਰੈਕਸ਼ਨ ਵੱਲ ਮੇਰਾ ਥੰਬ ਆ ਗਿਆ ਤੇ ਇਸ ਡਾਇਰੈਕਸ਼ਨ ਤੇ ਮੈਂ ਕੀ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਤੇ ਮੈਂ ਕਰਵੇਚਰਸ ਨੂੰ ਫੋਲਡ ਕਰੂੰਗਾ ਤੇ ਕਰਵੇਚਰਸ ਸਾਰਿਆਂ ਨੂੰ ਦਿਖ ਰਿਹਾ ਵੀ ਅਪਵਰਡ ਡਾਇਰੈਕਸ਼ਨ ਵੱਲ ਜਾ ਰਹੀਆਂ ਨੇ ਕਰਵੇਚਰ ਕਿੱਧਰ ਜਾ ਰਹੀ ਹੈ ਅਪਵਰਡ ਇਹਦਾ ਮਤਲਬ ਜਿਹੜੇ ਵੀ P ਪੁਆਇੰਟ ਤੇ ਅਸੀਂ ਮੈਗਨੈਟਿਕ ਫੀਲਡ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਹੈ ਅਪਵਰਡ ਇਹਦਾ ਮਤਲਬ ਜਿਹੜਾ ਇਹ ਵਾਲਾ P ਪੁਆਇੰਟ ਹੈ ਇਸ P ਪੁਆਇੰਟ ਤੇ ਜਿਹੜੀ ਡਾਇਰੈਕਸ਼ਨ ਹੈ ਮੈਗਨੈਟਿਕ ਫੀਲਡ ਦੀ ਉਹ ਅਪਵਰਡ ਹੈ ਮਤਲਬ ਇੱਕ ਵਾਰ ਮੈਂ ਲਿਖ ਦਿੰਦਾ ਇੱਥੇ ਅਪਵਰਡ ਬਟ ਅਪਵਰਡ ਵੀ ਕਿਸ ਤਰੀਕੇ ਦੇ ਨਾਲ ਹੈ ਕਿ ਜਿਹੜਾ ਇਹ r ਵੈਕਟਰ ਮਤਲਬ b ਵੈਕਟਰ ਜਿਹਨੂੰ ਅਸੀਂ ਕਿਹਾ ਸੀ r ਵੈਕਟਰ ਤੋਂ ਵੀ ਇਹ ਸਮਾਲ ਅਮਾਉਂਟ ਆਫ ਮੈਗਨੈਟਿਕ ਫੀਲਡ ਦਾ ਜਿਹੜਾ ਐਂਗਲ ਹੈ ਬੱਚੇ ਉਹ ਕਿੰਨਾ ਬਣਨਾ ਚਾਹੀਦਾ ਹੈਗਾ 90 ਡਿਗਰੀ ਆ ਚੀਜ਼ ਦਾ ਧਿਆਨ ਰੱਖਣਾ ਕਈ ਵਾਰ ਬੱਚੇ ਪਤਾ ਕੀ ਕਰਦੇ ਇਹ ਡਾਇਗਰਾਮ ਕਿਵੇਂ ਬਣਾਉਣਗੇ ਇੱਥੋਂ ਜਿਹੜਾ db ਹੈ ਉਹ ਐ ਬਣਾਉਣਗੇ ਫਿਰ ਉਹਨਾਂ ਦੀ ਡਾਇਗਰਾਮ ਹੈ ਜਿਹੜੀ ਉਹ ਗਲਤ ਹੋ ਜੂਗੀ ਫਿਰ ਡੈਰੀਵੇਸ਼ਨ ਦਾ ਗਲਤ ਹੋਣੀ ਹੀ ਹੋਣੀ ਸਮਝ ਲੱਗੀ ਗੱਲ ਤਾਂ ਇਹ ਚੀਜ਼ ਆਪਾਂ ਇਹਦੀ ਕੀ ਗਲਤੀ ਨਹੀਂ ਕਰਨੀ ਹੈਗੀ ਇਸ r ਵੈਕਟਰ ਤੋਂ ਇਹ ਵਾਲਾ ਵੀ ਐਂਗਲ ਕਿੰਨਾ ਹੋਣਾ ਚਾਹੀਦਾ ਹੈ 90 ਦੇਖੋ ਆ ਸੇਮ ਆ ਪ੍ਰੋਪਰਟੀ ਹੋਲਡ ਹੋਗੀ ਨਾ ਜੇ a ਵੈਕਟਰ ਪਰਪੈਂਡੀਕੂਲਰ ਟੂ b ਵੈਕਟਰ ਤਾਂ ਉਹ ਪਰਪੈਂਡੀਕੂਲਰ ਕਿਹਦੀ ਹੈ c ਵੈਕਟਰ ਦੇ ਮੈਂ ਕੀ ਕਿਹਾ ਇੱਥੇ dl ਵੈਕਟਰ ਪਰਪੈਂਡੀਕੂਲਰ ਹੈ r ਵੈਕਟਰ ਦੇ ਇਹਦਾ ਮਤਲਬ r ਵੈਕਟਰ ਵੀ ਪਰਪੈਂਡੀਕੂਲਰ ਕਿਹਦਾ ਹੋਊਗਾ db ਦੇ ਤਾਂ ਤਿੰਨੋਂ ਆਪਸ ਕੀ ਨੇ ਮਿਊਚੁਅਲੀ ਪਰਪੈਂਡੀਕੂਲਰ ਟੂ ਈਚ ਅਦਰ ਇੱਥੇ ਤੱਕ ਬੋਲੋ ਜੀ ਸਾਰਿਆਂ ਨੂੰ ਡਾਇਗਰਾਮ ਕਲੀਅਰ ਹੈ Yes, sir. ਓਕੇ ਡਨ ਤਾਂ ਹੁਣ ਅਸੀਂ ਕੀ ਕਰਨਾ ਹੈ ਸਿਮੈਟਰੀ ਦਾ ਕਨਸੈਪਟ ਅਸੀਂ ਲਗਾਵਾਂਗੇ ਵੀ ਅਗਰ ਅਸੀਂ ਟੌਪ ਤੇ ਇੱਕ ਡੀਐਲ ਐਲੀਮੈਂਟ ਕੰਸੀਡਰ ਕੀਤਾ ਹੈ ਇਸ ਪੁਆਇੰਟ P ਤੇ ਡਾਇਰੈਕਸ਼ਨ ਕੀ ਆਈ ਹੈ ਅਪਵਰਡ ਆਈ ਹੈ ਸਿਮਿਲਰਲੀ ਤੁਸੀਂ ਇਹਦੇ ਬਿਲਕੁਲ ਆਪੋਜ਼ਿਟ ਬਾਟਮ ਤੇ ਇੱਕ ਇਹ ਸਮਾਲ ਐਲੀਮੈਂਟ ਕੀ ਹੈ ਕੱਟ ਕਰਾਂਗੇ that is DL element ਇਹਦੀ ਜਿਹੜੀ ਡਾਇਰੈਕਸ਼ਨ ਦੇਖਾਂਗੇ ਜਦੋਂ ਅਸੀਂ ਇਹ ਨਾ ਕਰੰਟ ਡਾਇਰੈਕਸ਼ਨ ਇਨਵਰਡ ਆਊਗੀ ਅੰਦਰ ਵੱਲ ਤੋਂ ਅੰਦਰ ਵੱਲ ਕੀ ਕੁਝ ਮੈਂ ਇਦਾਂ ਦਿਖਾ ਦਣਾ along the tangent ਤੇ ਇਸ ਪੁਆਇੰਟ ਤੋਂ ਜਿਹੜਾ P ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਹੈ ਇਹ ਸਾਡੇ ਕੋਲ ਫਿਰ ਕਿੰਨਾ ਹੋਈ r ਤੇ ਇਹ ਐਂਗਲ ਵੀ ਕਿੰਨਾ ਹੋਏਗਾ that is angle ਇਹਨੂੰ ਥੀਟਾ ਦੀ ਬਜਾਏ ਮੈਂ ਫਾਈ ਲਿਖ ਦੇਣਾ ਸੌਰੀ ਕਿਉਂਕਿ ਥੀਟਾ ਅਸੀਂ ਆਲਰੇਡੀ ਕੀ ਹੈ ਯੂਜ਼ ਕਰੀ ਬੈਠੇ ਐਂਗਲ ਤਾਂ ਇਹਨੂੰ ਆਪਾਂ ਕੀ ਹੈ ਐਂਗਲ ਲਿਖ ਲੈਣੇ ਫਾਈ ਆ ਵੀ ਐਂਗਲ ਕੀ ਹੈ ਫਾਈ ਤਾਂ ਦੋਨੋਂ ਐਂਗਲ ਸੇਮ ਹੋਣਗੇ ਤਾਂ ਜਦੋਂ ਇਸ ਸਾਈਡ ਤੋਂ ਤੁਸੀਂ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਦੇਖੋਗੇ ਤਾਂ ਉਹਦੀ ਡਾਇਰੈਕਸ਼ਨ ਕੀ ਹੈ ਇਸ ਸਾਈਡ ਆਏਗੀ ਤੁਸੀਂ ਸੇਮ ਕਨਸੈਪਟ ਲਗਾ ਕੇ ਦੇਖਿਓ ਡਾਇਰੈਕਸ਼ਨ ਕੀ ਆਏਗੀ ਹੁਣ ਡਾਊਨਵਰਡ ਤਾਂ ਮੈਂ ਬਿਲਕੁਲ ਇੱਥੋਂ ਕੀ ਇੱਕ ਪਰਪੈਂਡੀਕੂਲਰ ਇਹਦੇ ਕੀ ਇੱਕ ਲਾਈਨ ਡਰਾ ਕਰਨਾ ਹੈਗਾ ਇੱਕ ਇਹਦੇ ਬਿਲਕੁਲ ਆਪੋਜ਼ਿਟ ਹੈ ਲਾਈਨ ਲਾਈਕ ਦਿਸ ਦੇਖੋ ਅਗਰ ਐਂਗਲ ਇਹ ਵਾਲਾ ਫਾਈ ਹੈ ਤਾਂ ਇਹ ਐਂਗਲ ਕਿੰਨਾ ਹੋਏਗਾ ਇਹ ਵੀ ਐਂਗਲ ਹੋਏਗਾ ਫਾਈ ਇਹ ਆਪਾਂ ਬਹੁਤ ਵਾਰੀ ਕਰ ਚੁੱਕੇ ਆ ਆ ਦੇਖੋ ਇਹਨੂੰ ਐਂਗਲ 1 ਮੰਨ ਲਓ ਠੀਕ ਹੈ ਆ ਐਂਗਲ ਕੀ ਹੋ ਗਿਆ ਐਂਗਲ 2 ਮੈਂ ਅਲੱਗ ਤੋਂ ਡਾਇਗਰਾਮ ਬਣਾ ਲੈਣਾ ਇਹਦੇ ਵਿੱਚ ਨਹੀਂ ਪਾਉ ਕਰਦੇ ਆ ਦੇਖੋ ਇੱਕ ਲਾਈਨ ਆਪਣੇ ਕੋਲ ਇਦਾਂ ਇੱਕ ਇਸ ਤਰੀਕੇ ਨਾਲ ਡਰਾ ਕੀਤੀ ਹੈ ਮੈਂ ਇੱਕ ਲਾਈਨ ਸਾਡੇ ਕੋਲ ਇਹ ਵਾਲੀ ਹੈ
एक लाइन साडे कोल ए वाली है ना। तां आ दोनों जिहड़े एंगल ने किन्ने ने 90 दे ने ते आ वाला एंगल भी किन्ने दा 90 दे। तो मैं इस एंगल नूं लिखिया एंगल 1, ए एंगल 2, ए एंगल किन्ना 3। तो देखो जी, देखो तुसीं ध्यान नाल एंगल 1 प्लस एंगल 2 दा जिहड़ा सम है वो 90 डिग्री है ते एंगल 2 ते एंगल 3 दा सम किन्ना 90 डिग्री है। ਇਹਦਾ मतलब बच्चे ਆਪਾਂ कह सकते भी एंगल 1 इज इक्वल टू एंगल 3 है। इसे करके मैं अगर ए वाला एंगल फाई है तो ये भी एंगल कितना लिखिया फाई। तो इस डीबी दा इस फाई वेक्टर दे अलोंग फाई एंगल दे अलोंग की कंपोनेंट आऊगा डीबी cos फाई ते इस तो परपेंडिकुलर की आऊगा डीबी sin फाई। सिमिलरली अगर ए एंगल फाई है तो ये भी कितना होएगा फाई। इस डीबी दा इस साइड कंपोनेंट आएगा डीबी cos फाई ते साइड की आएगा डीबी sin फाई। एक कंप्लीट एक डायग्राम है, कंप्लीट डायग्राम जी। देखो ये डायग्राम ही प्रॉपर बनेगी उसकी डेरिवेशन प्रॉपर नहीं हो सकती। तो असं जो देखिए ਜਿਹੜੇ cos फाई वाले कंपोनेंट ने वो आपस की हो रहे ने कैंसल हो रहे ने। ਇਹਦਾ मतलब कह सकता भी ਜਿਹੜਾ ਸਮੀਸ਼ਨ है मतलब जो इन्होंने ਅਸੀਂ ऐड करांगे db cos फाई वाले कंपोनेंट इन्ना ਦਾ ਜਿਹੜਾ आंसर है वो 0 होएगा। ਇਹਦਾ मतलब बच्चे कि इस रिंग करके जो बी नेट सानू मैग्नेटिक फील्ड मिलना है एट पॉइंट पी वो समीशन ऑफ की मिलूगा db sin फाई। दिस इज इक्वेशन नंबर 1। ਹੁਣ देखो db ਦੀ वैल्यू ਸਾਨੂੰ पता है। नाउ देखो db की ਹੁੰਦਾ है म्यू नॉट अपॉन 4 पाई IDL। देखो ਇੱਥੇ ਅਸੀਂ sin थीटा यूज कर चुके ਸੀਗੇ ਇਸੇ ਕਰਕੇ मैं एंगल की कंसीडर ਕੀਤਾ है फाई अपॉन की ਹੁੰਦਾ r स्क्वायर। अच्छा थीटा की ਹੁੰਦਾ है थीटा इज द एंगल बिटवीन DL वेक्टर एंड r वेक्टर ਤੇ ਉਹ ਬੱਚੇ ਕਿੰਨਾ है दैट इज 90 डिग्री। ਇਹਦਾ मतलब db इज इक्वल टू की हो गया म्यू नॉट अपॉन 4 पाई IDL sin 90 कितना हो गया 1 मतलब अपॉन की हो गया r स्क्वायर। db हो गया ठीक है। ए दी वैल्यू ਅਸੀਂ पुट कर देंगे इक्वेशन नंबर 1। तो नाउ समीशन जो आप लिख लो बी नेट इज इक्वल टू समीशन डीबी की वैल्यू की आ गई म्यू नॉट अपॉन 4 पाई IDL अपॉन r स्क्वायर। ठीक है देखो साइन फाई सी है ना ਜਿਹੜੀ ਅਸੀਂ ਕੀ ਹੈ ਰਿੰਗ ਦੇ ਵਿੱਚ ਇੱਕ ਆਪਾਂ ਟ੍ਰਾਇੰਗਲ ਬਣਾਈ ਹੈ ਕੁਛ ਇਦਾਂ ਦੀ। ਆ ਪੁਆਇੰਟ ਸਾਡੇ ਕੋਲ ਸੈਂਟਰ ਸੀ O, ਆ ਪੁਆਇੰਟ ਹੈਗਾ P, ਆ ਡਿਸਟੈਂਸ ਹੈਗਾ X, ਇੱਥੇ ਐਂਗਲ ਕਿੰਨਾ फाई ठीक है जी। ਤੇ ਇਹ ਰੇਡੀਅਸ ਕਿੰਨਾ ਸੀ A ਤੇ ਆ ਡਿਸਟੈਂਸ ਸੀ R ਤੇ ਤੋਂ sin फाई बोलो ਕੀ ਹੋਊਗਾ दैट इज परपेंडिकुलर अपॉन हाइपोटेन्यूज दैट मींस A अपॉन R। तो मैं sin फाई की वैल्यू पुट करती तो बी नेट कितना आ गया बच्चे देखो म्यू नॉट की कांस्टेंट है समीशन तो बाहर लिख लो 4 पाई इज अ कांस्टेंट बाहर लिख लो आई भी बाहर लिखा गया अपॉन देखो आर स्केयर इंटू आर क्यूब हो गया इंटू की इथे ए समीशन की रहेगा DL। तो हुण जिहड़ा अपने कोले DL है DL की स्मॉल एलीमेंट है ये DL जिहड़े की जिहड़े स्मॉल एलीमेंट्स जो ਅਸੀਂ ਇਹਨੂੰ ऐड करांगे तो ये बनूगा ਇਹਦਾ पूरा की है सर्कल ਦਾ ਪੈਰੀਮੀਟਰ ਜਿਹਦਾ रेडियस कितना है A ਤੇ ਇਹਦਾ ਪੈਰੀਮੀਟਰ कितना होगा दैट इज 2 पाई A। ध्यान रखियो बच्चे ਇੱਥੇ ਕੀ ਲਿਖਦੇ ਆ 2 पाई R रट्टा लगाया हुंदा है R नहीं ਇੱਥੇ आ सकता क्यों क्योंकि ਇਹਦਾ रेडियस कितना है A तो कितना होगा 2 पाई A। तो ये वैल्यू ਅਸੀਂ पुट कर देने तो ये बन गया जी बी नेट म्यू नॉट अपॉन 4 पाई
I upon r cube a ये होगा जिथे अपने को 2 पाई a, ठीक है जी। तो ये अपने को बन गया b net इज इक्वल टू म्यू नॉट अपॉन 4 पाई i a स्केयर अपॉन की हो गया r क्यूब इंटू कितना हो गया 2 पाई। देखो पाई नाल पाई मैं फिर नहीं कैंसल करता, क्यों? मैं तुहानू दस्सिया भी ये सिमिट्री दे नाल सानू फार्मूले की याद रह जांदे ने कि म्यू नॉट अपॉन 4 पाई तो आएगा ही आएगा, ठीक है जी। ये आ गया अपने कोले रिजल्ट एट पॉइंट पी। इनू होर भी मॉडिफाई आप कर सकते हैं। देखो इस ट्रायंगल नु देखो, इन ट्रायंगल APO राइट एंगल ट्रायंगल है ना, आ एंगल 90 दा, तो इथे पाइथागोरस लगा दो तो r स्क्वायर इज इक्वल टू क्या होगा a स्क्वायर प्लस x स्क्वायर। ਇਹਦਾ मतलब r ਦੀ ਜਿਹੜੀ ਵੈਲਿਊ ਹੈ that is equal to a square plus x square ਦੀ ਪਾਵਰ 1/2। ਇਹਦੀ ਵੈਲਿਊ ਕੀ ਹੈ ਇਸ ਇਕੁਏਸ਼ਨ ਚ ਪੁੱਟ ਕਰ ਦੋ। ਪਹਿਲਾਂ ਕੋਈ ਆਪਾਂ ਇਕੁਏਸ਼ਨ ਕੰਸੀਡਰ ਕੀਤੀ ਹੈ 1, ਹਾਂ ਇਹਨੂੰ 2 ਚ ਪੁੱਟ ਕਰ ਦੋ। put in 2 the b net is equal to mu naught upon 4 pi I a square, देखो अपॉन r ਦੀ क्यूब है ना, ਇੱਥੇ r ਦੀ ਵੈਲਿਊ ਕਿੰਨੀ ਹੈ 1/2, ਇਹਦਾ ਮਤਲਬ ਕਿੰਨਾ ਹੋ ਜਾਊਗਾ 3/2। ਤੇ ਇਹ ਬਣ ਗਿਆ ਬੱਚੇ x square plus a square ਦੀ ਪਾਵਰ 3/2 into 2 pi। this is the final answer। with the help of this formula we can calculate magnetic field at point P। clear? yes sir। any doubt ਕਿਸੇ ਵੀ ਸਟੂਡੈਂਟ ਨੂੰ ਕੋਈ ਸਟੈਪ ਨਹੀਂ ਕਲੀਅਰ ਹੋਇਆ ਤਾਂ ਉਹ ਪੁੱਛ ਸਕਦਾ ਜੀ। yes or no? clear है? yes sir। ओके गुड। सारे रिस्पॉन्स दिया करो जी। देखो इन्ने एफर्ट किए जा रहे हैं, मतलब तुसी भी रिस्पॉन्स दिया करो। अच्छा अपने को 2 मिनट ही रह गए, ठीक है। फिर ये कुछ स्पैशल केस ने वो आप डिस्कस करांगे। मैं दोबारा तो लिंक सेंड कर दें, रिकनेक्ट करो।